Good morning, my dear students. Today's our topic is paragraph writing. How we write any paragraph and what kind of paragraph writings, what is the format of paragraph writing. These are all topics which we are going to discuss in this lecture. So let's start. First of all, what is the meaning of paragraph? A paragraph may be well described as a group of several well-organized, complete, correct and concise sentences combined together, focusing on the one subject, theme or center idea. ਇਹਦੇ ਵਿੱਚ ਕੀ ਹੈ ਡੀਅਰ ਸਟੂਡੈਂਟਸ, ਪੈਰਾਗ੍ਰਾਫ ਦੇ ਵਿੱਚ ਕੀ ਹੁੰਦਾ ਹੈ? ਪੈਰਾਗ੍ਰਾਫ ਕੀ ਹੁੰਦਾ? ਉਹਦੇ ਵਿੱਚ ਇੱਕ ਵੈਲ ਡਿਸਕ੍ਰਾਈਬਡ ਹੁੰਦਾ ਹੈ। ਵੈਲ ਡਿਸਕ੍ਰਾਈਬਡ ਵਿੱਚ ਗਰੁੱਪ ਆਫ ਕੋਈ ਵੀ ਗਰੁੱਪ ਆਫ ਵਰਡ ਹੋ ਸਕਦਾ ਹੈ, ਉਹ ਗਰੁੱਪ ਆਫ ਸੈਂਟੈਂਸਸ ਹੋ ਸਕਦੇ ਨੇ। ਉਹਦੇ ਵਿੱਚ ਕੀ ਕੀਤਾ ਜਾਂਦਾ ਹੈ? ਕਿਸੇ ਨਾ ਕਿਸੇ ਇੱਕ ਸਬਜੈਕਟ ਦੇ ਉੱਪਰ ਜਾਂ ਕਿਸੇ ਇੱਕ ਥੀਮ ਦੇ ਉੱਪਰ ਜਾਂ ਫਿਰ ਕਿਸੇ ਇੱਕ ਸੈਂਟਰਲ ਆਈਡੀਆ ਦੇ ਉੱਪਰ ਕੀ ਕੀਤਾ ਜਾਂਦਾ? ਫੋਕਸ ਕੀਤਾ ਜਾਂਦਾ। ਇਟ ਮੀਨਸ ਕਿ ਉਹਦੇ ਉੱਪਰ ਫੋਕਸ ਕਰਕੇ ਉਸ ਪੂਰੇ ਪੈਰਾਗ੍ਰਾਫ, ਪੂਰੇ ਇੱਕ ਸੈਂਟਰ ਆਈਡੀਆ ਦੇ ਉੱਪਰ ਜਾਂ ਪੂਰੇ ਇੱਕ ਥੀਮ ਦੇ ਉੱਪਰ ਤੁਹਾਡਾ ਇੱਕ ਪੂਰਾ ਪੈਰਾਗ੍ਰਾਫ ਕੀ ਕਰਦਾ? ਉਹਦੇ ਆਲੇ ਦੁਆਲੇ ਘੁੰਮਦਾ। ਇਟ ਕੈਨ ਬੀ ਐਨ ਇੰਡੀਪੈਂਡੈਂਟ ਸ਼ਾਰਟ composition written on certain central idea, or it may also be a part of lengthy composition like essay, story or an kind of poetry work। ਇਹਦੇ ਵਿੱਚ ਕੀ ਹੋ ਸਕਦਾ ਹੈ? ਕੋਈ ਵੀ ਇੰਡੀਪੈਂਡੈਂਟ ਕੋਈ ਵੀ ਜਾਂ ਤਾਂ ਤੁਹਾਡੀ ਜਿਹੜਾ ਪੈਰਾਗ੍ਰਾਫ ਉਹ ਸ਼ਾਰਟ ਦੇ ਵਿੱਚ ਹੋ ਸਕਦਾ ਹੈ ਜਾਂ ਫਿਰ ਇੱਕ ਕੋਈ ਨਾ ਕੋਈ ਲੈਂਥੀ ਵੀ ਹੋ ਸਕਦਾ ਹੈ, ਕੁਛ ਨਾ ਕੁਛ। ਇਟ ਮੀਨਸ ਕਿ ਕੋਈ ਨਾ ਕੋਈ ਐਸੇ ਹੋ ਸਕਦਾ ਉਹਦੇ ਵਿੱਚ, ਜਾਂ ਕੋਈ ਸਟੋਰੀ ਹੋ ਸਕਦੀ ਹੈ, ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਪੋਇਟਰੀ ਵਰਕ ਵੀ ਹੋ ਸਕਦਾ ਹੈ। ਆਫਟਰ ਦੈਟ ਕੀ ਹੈਗਾ ਤੁਹਾਡੇ ਕੋਲੇ ਕਿ ਇਹ ਜਿਹੜੇ ਪੈਰਾਗ੍ਰਾਫ ਦੇ, ਜੇ ਕੋਈ ਪਰਸਨ ਪੈਰਾਗ੍ਰਾਫ ਲਿਖਣ ਜਾ ਰਿਹਾ ਤਾਂ ਉਹਦੀ ਲੈਂਥ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਜਾਂ ਉਹਦੇ ਟੌਪਿਕ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਤੁਸੀਂ ਉਸ ਪੈਰਾਗ੍ਰਾਫ ਦੇ ਵਿੱਚ ਕਿਹੜਾ ਟੌਪਿਕ ਡਿਸਕਸ ਕਰ ਰਹੇ ਹੋ। ਇਹਦੀ ਲੈਂਥ ਦਾ ਕੋਈ ਪਰਟੀਕੂਲਰ ਨਹੀਂ ਹੈਗਾ ਕੋਈ। ਇਸ ਤੋਂ ਬਾਅਦ ਇਹਦੇ ਬੇਸਿਕ ਅਸੈਂਸ਼ੀਅਲ ਨੇਗੇ ਵੀ ਕਿਹੜੇ ਕਿਹੜੇ ਇਨਗਰੀਡੀਐਂਟਸ ਮੀਨਸ ਹੁੰਦਾ, ਕਿਹੜੇ ਕਿਹੜੇ ਦੇ ਆਪਾਂ ਨੂੰ ਕਿਹੜੇ ਕਿਹੜੇ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਕਿਹੜੀ ਕਿਹੜੀ ਸਮੱਗਰੀ ਚਾਹੀਦੀ ਹੈ ਆਪਾਂ ਨੂੰ ਜਦੋਂ ਆਪਾਂ ਪੈਰਾਗ੍ਰਾਫ ਲਿਖਦੇ ਹਾਂ। ਫਸਟ ਆਫ ਆਲ ਹੈਗਾ ਜੀ ਸਟੂਡੈਂਟਸ ਆਪਣੇ ਕੋਲ ਪਹਿਲਾਂ ਆ ਗਿਆ ਜੀ ਯੂਨਿਟੀ, ਫਿਰ ਆ ਗਿਆ ਜੀ ਆਪਣੇ ਕੋਲ ਨੈਕਸਟ ਆ ਗਿਆ ਆਰਡਰ, ਆਫਟਰ ਦੈਟ ਆ ਗਿਆ ਵੈਰਾਈਟੀ, ਦੈਨ ਆ ਗਿਆ ਲੈਂਥ, ਆਫਟਰ ਦੈਟ ਆ ਗਿਆ ਟੌਪਿਕ ਸੈਂਟੈਂਸ। ਇਹ ਸਾਰੇ ਆਪਾਂ ਜਿਹੜੇ ਪੰਜ ਇਹਦੇ ਇਨਗਰੀਡੀਐਂਟਸ ਇਹਨੂੰ ਆਪਾਂ 1 ਬਾਈ 1 ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਆ ਗਿਆ ਜਿਹੜਾ ਯੂਨਿਟੀ ਟੌਪਿਕ ਹੈ, ਇਹਦੇ ਵਿੱਚ ਜਿਹੜਾ ਯੂਨਿਟੀ ਇਨਗਰੀਡੀਐਂਟਸ ਹੈਗਾ, ਇਹਦੇ ਵਿੱਚ ਕੀ ਹੁੰਦਾ ਹੈ ਯੂਨਿਟੀ ਦੇ ਵਿੱਚ? The first and foremost principle to be followed while constructing a good paragraph in the unity. Paragraph should be so framed that it must deal with one topic or idea. ਇਹਦੇ ਵਿੱਚ ਕੀ ਹੁੰਦਾ? ਜਿਹੜਾ ਪੈਰਾਗ੍ਰਾਫ ਹੁੰਦਾ, ਜਿਹੜਾ ਪਹਿਲਾ ਪ੍ਰਿੰਸੀਪਲ ਹੈਗਾ ਉਹ ਕੀ ਹੁੰਦਾ ਹੈਗਾ? To be followed by constructing a good paragraph in this unity. ਤੁਹਾਡੇ ਪੈਰੇ ਦੇ ਵਿੱਚ ਕੀ ਹੋਣਾ ਚਾਹੀਦਾ? ਯੂਨਿਟੀ ਹੋਣੀ ਚਾਹੀਦੀ ਹੈ। ਯੂਨਿਟੀ ਮੀਨਸ ਕਿ ਇਕਾਗਰਤਾ ਹੋਣੀ ਚਾਹੀਦੀ ਹੈ, ਯਾਨੀ ਕਿ ਤੁਸੀਂ ਜਿਹੜਾ ਟੌਪਿਕ ਚੱਕਿਆਗਾ ਸਾਰੇ, ਚਾਹੇ ਉਹਦੇ ਤੁਸੀਂ 10 ਸੈਂਟੈਂਸ ਲਿਖ ਰਹੇ ਹੋ, ਚਾਹੇ ਤੁਸੀਂ 50 ਸੈਂਟੈਂਸ ਲਿਖ ਰਹੇ ਹੋ, ਚਾਹੇ ਤੁਸੀਂ ਉਹਦੇ ਸਬ ਟੌਪਿਕ ਬਣਾਏ ਹੋਏ ਨੇ, ਉਹਨਾਂ ਸਾਰਿਆਂ ਦਾ ਜਿਹੜਾ ਫੋਕਸ ਹੈਗਾ ਉਹਨਾਂ ਸਾਰਿਆਂ ਦੀ ਯੂਨਿਟੀ ਇੱਕ ਮੇਨ ਟੌਪਿਕ ਦੇ ਵਿੱਚ ਹੋਣੀ ਚਾਹੀਦੀ ਹੈ। ਆਫਟਰ ਦੈਟ ਕੀ ਹੈ ਆਪਣੇ ਕੋਲ ਡੀ ਸਟੂਡੈਂਟ? ਤੁਹਾਡੇ ਕੋਲ ਆਰਡਰ ਆ ਗਿਆ ਜੀ। ਨੈਕਸਟ ਟੌਪਿਕ ਨੈਕਸਟ ਇਹਦਾ ਜਿਹੜਾ ਇਨਗਰੀਡੀਐਂਟਸ ਉਹ ਹੈਗਾ ਆਰਡਰ। ਆਰਡਰ ਦੇ ਵਿੱਚ ਕੀ ਹੁੰਦਾ ਹੈਗਾ? ਆਰਡਰ the second most important principle leading to a good piece of paragraph is that all the sentences expressing main theme of the paragraph should be arranged in a proper sequence and logical manner. ਤੁਸੀਂ ਆਪਣੇ ਪੈਰਾਗ੍ਰਾਫ ਦੇ ਵਿੱਚ ਜਿੰਨੇ ਵੀ ਸਬ ਪੈਰਾਸ ਯੂਜ਼ ਕਰ ਰਹੇ ਹੋ, ਜਿੰਨੇ ਵੀ ਸਬ ਕੰਪਰੀਹੈਂਸ਼ਨ ਯੂਜ਼ ਕਰ ਰਹੇ ਹੋ, ਉਹਨਾਂ ਦਾ ਇੱਕ ਪ੍ਰੋਪਰ ਲੌਜਿਕ ਹੋਣਾ ਚਾਹੀਦਾ, ਇੱਕ ਪ੍ਰੋਪਰ ਸੀਕੁਐਂਸ ਹੋਣਾ ਚਾਹੀਦਾ। ਸੀਕੁਐਂਸ ਮੀਨਸ ਕਿ ਉਹਨਾਂ ਦੀ ਨੰਬਰਿੰਗ ਸਹੀ ਹੋਣੀ ਚਾਹੀਦੀ ਹੈ, ਆਰਡਰ ਵਾਈਜ਼ ਹੋਣਾ ਚਾਹੀਦਾ ਉਹ ABCD ਇੱਦਾਂ ਕਰਕੇ, ਜਾਂ ਫਿਰ 1 2 3 4 5 ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਉਹਨੂੰ ਕੀ ਨਾਮ ਦਿਓਗੇ। ਇਟ ਮੀਨਸ ਕੀ ਹੈ ਕਿ ਉਹਦਾ ਜਿਹੜਾ ਸੀਕੁਐਂਸ ਹੈ, ਜਿਹੜਾ ਉਹਦਾ ਆਰਡਰ ਹੈ ਉਹ ਬਿਲਕੁਲ ਪ੍ਰੋਪਰ ਹੋਣਾ ਚਾਹੀਦਾ। ਆਫਟਰ ਦੈਟ ਹੈਗਾ ਆਪਣੇ ਕੋਲ ਮਾਈ ਡੀਅਰ ਸਟੂਡੈਂਟਸ ਵੈਰਾਈਟੀ ਆ ਗਿਆ ਜੀ ਆਪਣੇ ਕੋਲ। ਵੈਰਾਈਟੀ ਦੇ ਵਿੱਚ ਕੀ ਆਊਗਾ? ਇਟ ਇਜ਼ ਕੰਸੀਡਰ ਦੈਟ ਦ ਸੂਲ ਆਫ ਅ ਗੁੱਡ ਪੈਰਾਗ੍ਰਾਫ। ਇਟ ਮੀਨ ਦੈਟ ਦ ਪੈਰਾਗ੍ਰਾਫ ਸ਼ੁੱਡ ਬੀ ਸੋ ਫੈਬਰਿਕੇਟਡ ਦੈਟ ਇਟ ਸ਼ੁੱਡ ਕੰਟੇਨ ਆਲ ਟਾਈਪਸ ਆਫ ਸਮਾਲ ਐਂਡ ਬਿਗ ਸੈਂਟੈਂਸ and any kind of repeative words in them। ਇਹਦੇ ਵਿੱਚ ਕੀ ਆਊਗਾ ਕਿ ਜਿਹੜਾ ਤੁਹਾਡਾ ਪੈਰਾਗ੍ਰਾਫ ਉਹਦੇ ਵਿੱਚ ਵੇਰੀਏਸ਼ਨ ਹੋਣੀ ਚਾਹੀਦੀ ਹੈ। ਵੇਰੀਏਸ਼ਨ ਵਿੱਚ ਕੀ ਹੁੰਦਾ? ਵਿਭਿੰਨਤਾ ਹੋਣੀ ਚਾਹੀਦੀ ਹੈ ਕਿ ਐਦਾਂ ਨਾ ਹੋਵੇ ਕਿ ਤੁਹਾਡੇ ਕੋਲ ਕੁਝ ਕੁ ਵਰਡ ਹੋਣ ਜਿਹੜੇ ਤੁਸੀਂ ਉਹੀ ਬਾਰ-ਬਾਰ ਉਹਨੂੰ ਰਿਪੀਟ ਕਰੀ ਜਾਓਗੇ ਪੈਰਾਗ੍ਰਾਫ ਦੇ ਵਿੱਚ। ਯੂ ਹੈਵ ਅ ਨੰਬਰ ਆਫ ਵਰਡਸ, ਨੰਬਰ ਆਫ ਸੈਂਟੈਂਸਸ, ਨੰਬਰ ਆਫ ਵੋਕੈਬ। ਜੇ ਤੁਸੀਂ ਇੱਕੋ ਹੀ ਗੱਲ ਨੂੰ ਬਾਰ-ਬਾਰ ਕਹਿਣਾ ਤਾਂ ਤੁਹਾਡੇ ਕੋਲੇ, ਜੇ ਤੁਸੀਂ ਇੱਕ ਗੱਲ ਨੂੰ 2 ਵਾਰ ਰਿਪੀਟ ਕਰ ਰਹੇ ਹੋ, 4 ਵਾਰ ਰਿਪੀਟ ਕਰ ਰਹੇ ਹੋ ਆਪਣੇ ਪੈਰਾਗ੍ਰਾਫ ਦੇ ਵਿੱਚ, ਤਾਂ ਹਰ ਵਾਰ ਉਹਨੂੰ ਲਿਖਣ ਦਾ ਅੰਦਾਜ਼
ਉਹਦੇ ਵਰਡ, ਉਹਦੀ ਵੋਕੈਬ, ਉਹਦਾ ਸੈਂਟੈਂਸ ਫਾਰਮੇਸ਼ਨ ਉਹ ਅਲੱਗ-ਅਲੱਗ ਹੋਣੀ ਚਾਹੀਦੀ ਹੈ, ਯਾਨੀ ਕਿ ਤੁਹਾਡੇ ਪੈਰਾਗ੍ਰਾਫ ਦੇ ਵਿੱਚ ਇੱਕ ਵੈਰਾਈਟੀ ਹੋਣੀ ਚਾਹੀਦੀ ਹੈ। ਆਫਟਰ ਦੈਟ ਆ ਗਿਆ ਮਾਈ ਡੀਅਰ ਸਟੂਡੈਂਟ, ਤੁਹਾਡੇ ਕੋਲੇ ਲੈਂਥ ਆ ਗਿਆ ਜੀ। ਦੇਖੋ ਲੈਂਥ ਦੇ ਵਿੱਚ ਕੀ ਆਊਗਾ ਕਿ ਜਿਹੜਾ ਤੁਹਾਡਾ ਪੈਰਾ ਹੈਗਾ ਉਹਦੀ ਲੈਂਥ ਕਿੰਨੀ ਕੁ ਹੋਣੀ ਚਾਹੀਦੀ ਹੈ। ਵੈਸੇ ਇਹਦੇ ਵਾਸਤੇ ਕੋਈ ਪ੍ਰੋਪਰ ਰੂਲ ਨਹੀਂ ਹੈਗਾ ਕਿ ਇਹਦੀ ਲੈਂਥ ਕਿੰਨੀ ਹੋਣੀ ਚਾਹੀਦੀ ਹੈ, ਇਹਦੇ ਵਾਸਤੇ ਕੋਈ ਪ੍ਰੋਪਰ ਪੈਟਰਨ ਨਹੀਂ ਬਣਿਆ ਹੋਇਆ, ਬਟ ਤੁਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਤੁਹਾਡੇ ਪੈਸੇਜ ਦੇ ਵਿੱਚ ਜਿਹੜੀ ਰਿਪੀਟੇਸ਼ਨ ਹੈ ਉਹ ਤੁਸੀਂ ਬਾਰ-ਬਾਰ ਨਾ ਕਰੋ। ਜੇ ਤੁਸੀਂ ਫੋਕਸ ਦੇਣਾ ਤਾਂ ਉਹ ਇੱਕ ਪ੍ਰੋਪਰ ਮੇਨ ਆਈਡੀਆ ਜਿਹੜਾ ਤੁਹਾਡਾ ਥੀਮ ਹੋਊਗਾ, ਤੁਹਾਡਾ ਜਿਹੜਾ ਸੈਂਟਰਲ ਆਈਡੀਆ ਹੋਊਗਾ, ਜੋ ਤੁਸੀਂ ਇਸ਼ੂ ਆਪਣੇ ਪੈਰੇ ਦੇ ਵਿੱਚ ਰਿਪਰੈਜ਼ੈਂਟ ਕਰ ਰਹੇ ਹੋ ਉਹਦੇ ਵਿੱਚ ਦੇਣ ਦੀ ਕੋਸ਼ਿਸ਼ ਕਰਨੀ ਹੈ। ਕੋਈ ਵੀ ਥਾਟਸ, ਕਿਸੇ ਦੀ ਕੋਈ ਕਹੇ ਹੋਏ ਵਿਊਜ਼ ਨੂੰ ਬਾਰ-ਬਾਰ ਤੁਸੀਂ ਉਹਦੇ ਵਿੱਚ ਰਿਪੀਟ ਨਹੀਂ ਕਰਨਾ। ਆਫਟਰ ਦੈਟ ਆ ਗਿਆ ਜੀ ਸਟੂਡੈਂਟਸ, ਲਾਸਟ ਵਨ ਆ ਗਿਆ ਜੀ ਆਪਣੇ ਕੋਲ ਦਾ ਟੌਪ ਸੈਂਟੈਂਸ। ਟੌਪ ਸੈਂਟੈਂਸ ਦੇ ਵਿੱਚ ਕੀ ਆਊਗਾ, the very first sentence should be able to convey the theme of the paragraph, and the sentence following the first sentence should be able to support that theme throughout the length of the paragraph, whereas the last sentence should be the conclusion of the theme of the paragraph। ਇਹ 'ਚ ਕੀ ਹੈਗਾ, ਜਿਹੜਾ ਟੌਪ ਸੈਂਟੈਂਸ ਮੀਨਸ ਕੀ ਹੈ, ਤੁਹਾਡੇ ਪੈਰੇ ਦਾ ਹੈਡਿੰਗ ਕਿਹੜਾ ਹੈਗਾ, ਤੁਹਾਡੇ ਪੈਰੇ ਦਾ ਟਾਈਟਲ ਕੀ ਹੈਗਾ, ਉਹਨੂੰ ਆਪਾਂ ਟੌਪ ਸੈਂਟੈਂਸ ਕਹਿੰਦੇ ਆ। ਇਟ ਮੀਨਸ ਕਿ ਉਹ ਇਦਾਂ ਦਾ ਹੋਣਾ ਚਾਹੀਦਾ ਹੈ, ਕੋਸ਼ਿਸ਼ ਕਰਿਓ ਕਿ ਉਹ 2 ਵਰਡ ਤੋਂ ਜ਼ਿਆਦਾ ਨਾ ਹੋਵੇ, 2 ਜਾਂ 3 ਵਰਡ ਤੋਂ ਜ਼ਿਆਦਾ ਨਾ ਹੋਵੇ, ਕਿਉਂਕਿ ਜਿੰਨਾ ਲੰਬਾ ਤੁਹਾਡਾ ਟੌਪ ਸੈਂਟੈਂਸ ਹੋਊਗਾ ਤੁਸੀਂ ਆਪਣੇ ਸੈਂਟਰਲ ਆਈਡੀਆ ਤੋਂ ਹੀ ਦੂਰ ਹੁੰਦੇ ਜਾਓਗੇ। ਇਸ ਤੋਂ ਬਾਅਦ ਕੀ ਹੈਗਾ, ਜਿਹੜਾ ਤੁਹਾਡਾ ਟੌਪ ਸੈਂਟੈਂਸ ਹੈ ਉਹ ਇਦਾਂ ਦਾ ਹੋਣਾ ਚਾਹੀਦਾ ਹੈ ਵੀ ਉਹਨੂੰ ਪੜ੍ਹਦੇ ਸਾਰ ਹੀ ਪੜ੍ਹਨ ਵਾਲੇ ਨੂੰ ਪਤਾ ਲੱਗ ਜਾਏ ਕਿ ਮੈਂ ਕਿਹੜੇ ਟੌਪਿਕ ਦੇ ਉੱਪਰ ਪੜ੍ਹਨ ਜਾ ਰਿਹਾ, ਵੀ ਉਹਦਾ ਜਿਹੜਾ ਨੇਮ ਹੈ ਉਹ ਬਿਲਕੁਲ ਐਪਰੋਪ੍ਰੀਏਟ ਹੋਣਾ ਚਾਹੀਦਾ ਹੈਗਾ, ਉਹਦੇ ਵਿੱਚ ਕੋਈ ਵੀ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ, ਤੇ ਉਹਦੇ ਇੱਕ ਵਰਡ ਤੋਂ ਹੀ ਤੁਹਾਨੂੰ ਪੂਰੇ ਪੈਰਾਗ੍ਰਾਫ ਦੇ ਬਾਰੇ ਜਾਣਕਾਰੀ ਮਿਲਣੀ ਚਾਹੀਦੀ ਹੈ। ਆਫਟਰ ਜਿਹੜਾ ਲਾਸਟ ਸੈਂਟੈਂਸ ਹੁੰਦਾ ਹੈਗਾ ਤੁਹਾਡੇ ਪੈਰੇ ਦਾ, ਉਹ ਹੁੰਦਾ ਆਪਣਾ ਕਨਕਲੂਜਨ। ਕਨਕਲੂਜਨ ਮੀਨਸ ਕੀ, ਸਿੱਟਾ, ਸਮਰੀ, ਤੁਸੀਂ ਕਿਸ ਸਿੱਟੇ ਦੇ ਉੱਪਰ ਪਹੁੰਚੇ ਹੋ ਇਸ ਪੈਰਾਗ੍ਰਾਫ ਤੋਂ ਬਾਅਦ। ਸੋ ਡੀਅਰ ਸਟੂਡੈਂਟਸ, ਇਹ ਸੀਗਾ ਤੁਹਾਡਾ ਅੱਜ ਦਾ ਲੈਕਚਰ। ਆਈ ਹੋਪ ਕਿ ਯੂ ਗੋਟ ਇਟ, ਐਂਡ ਥੈਂਕ ਯੂ ਸੋ ਮਚ ਡੀਅਰ ਸਟੂਡੈਂਟਸ, ਹੈਵ ਅ ਨਾਈਸ ਡੇ।